ਅੱਜ ਚੰਡੀਗੜ੍ਹ 'ਚ ਲੱਗੇਗੀ ਕਿਸਾਨਾਂ ਦੀ ਕਚਹਿਰੀ। ਬੀਜੇਪੀ ਨੂੰ ਛੱਡ ਬਾਕੀ ਪਾਰਟੀਆਂ ਦੇ ਨੁਮਾਇੰਦੇ ਹੋਣਗੇ ਪੇਸ਼। ਕਾਂਗਰਸ ਵੱਲੋਂ ਸਿੱਧੂ ਹੋਣਗੇ ਹਾਜ਼ਰ। ਪਾਰਟੀਆਂ ਦੇ ਚੋਣ ਪ੍ਰਚਾਰ ਦੇ ਸਮੇਂ ਤੇ ਹੋ ਸਕਦਾ ਫੈਸਲਾ। ਕਰਨਾਲ 'ਚ ਕਿਸਾਨਾਂ ਦੇ ਧਰਨੇ ਦਾ ਚੌਥਾ ਦਿਨ। 2 ਮੀਟਿੰਗਾਂ ਤੋਂ ਬਾਅਦ ਵੀ ਨਹੀਂ ਬਣੀ ਪ੍ਰਸ਼ਾਸਨ ਨਾਲ ਸਹਿਮਤੀ। ਤਤਕਾਲੀ ਐਸਡੀਐਮ ਤੇ ਕਾਰਵਾਈ ਦੀ ਮੰਗ ਤੇ ਅੜੇ ਹੋਏ ਨੇ ਕਿਸਾਨ। 12 ਰੁਪਏ ਗੰਨੇ ਦੇ ਰੇਟ ਵਧਾ ਕੇ ਹਰਿਆਣਾ ਨੇ ਵੀ ਮੰਗਿਆ ਕਿਸਾਨਾਂ ਤੋਂ ਲੱਡੂ। ਖੇਤੀਬਾੜੀ ਮੰਤਰੀ ਜੇਪੀ ਦਲਾਲ ਬੋਲੇ, ਸਾਡੇ ਵੀ ਮੁੱਖ ਮੰਤਰੀ ਦਾ ਕਰਵਾ ਦਿਓ ਮੂੰਹ ਮਿੱਠਾ। ਹਰਿਆਣਾ ਸਰਕਾਰ ਨੇ 362 ਕੀਤਾ ਹੈ ਰੇਟ। ਅੱਜ ਸੀਐਮ ਕੈਪਟਨ ਦੇ ਸਿਸਵਾ ਫਾਰਮ ਹਾਊਸ ਦਾ ਘਿਰਾਓ ਕਰਨਗੇ ਕੱਚੇ ਬੱਸ ਮੁਲਾਜ਼ਮ। 6 ਤਾਰੀਖ ਤੋਂ ਲਗਾਤਾਰ ਹੜਤਾਲ ਵੀ ਜਾਰੀ। ਸਰਕਾਰੀ ਬੱਸਾਂ ਦੀ ਆਵਾਜਾਈ ਤੇ ਪੈ ਰਿਹਾ ਅਸਰ। ਅੰਮ੍ਰਿਤਸਰ ਪ੍ਰਸ਼ਾਸਨ ਨੇ ਜਲਿਆਂਵਾਲਾ ਬਾਗ ਦੀ ਹਦੂਦ ਅੰਦਰ ਲਾਈ ਧਾਰਾ 144। ਧਰਨੇ ਪ੍ਰਦਰਸ਼ਨਾਂ ਅਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਰੋਕ। ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਰਕੇ ਲਿਆ ਫੈਸਲਾ। ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਤੋਂ ਬਾਅਦ ਹੁਣ ਨਾਮ ਬਦਲ ਕੇ ਨਾਨਕ ਨਗਰ ਰੱਖਣ ਦੀ ਕੀਤੀ ਮੰਗ। ਵਿਧਾਇਕ ਰਾਜਕੁਮਾਰ ਵੇਰਕਾ ਦਾ ਬਿਆਨ, ਕਿਹਾ ਬਟਾਲਾ ਦਾ ਨਾਮ ਨਾਨਕ ਨਗਰ ਰੱਖ ਕੇ ਬਣਾਇਆ ਜਾਵੇ ਜ਼ਿਲ੍ਹਾ। ਦਿੱਲੀ ਕਮੇਟੀ ਦੇ ਕੋਆਪਸ਼ਨ ਮੈਂਬਰਾਂ ਦੀ ਚੋਣ ਦੌਰਾਨ ਹੋਇਆ ਹੰਗਾਮਾ। ਅਕਾਲੀ ਦਲ ਬਾਦਲ ਦੇ ਮੈਂਬਰ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਤੇ ਸੁੱਟੀ ਜੁੱਤੀ। ਪੁਲਿਸ ਨੇ ਭੀੜ ਚੋਂ ਬਚਾ ਕੇ ਡਾਇਰੈਕਟਰ ਨੂੰ ਗੱਡੀ 'ਚ ਬਿਠਾਇਆ। ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਦਾ ਦੇਹਾਂਤ। ਅੱਜ ਦਿੱਤੀ ਜਾਏਗੀ ਅੰਤਿਮ ਵਿਦਾਈ। ਲਗਾਤਾਰ ਚੌਥੀ ਵਾਰ ਮੈਡੀਕਲ ਰੈਂਕਿੰਗ 'ਚ ਚੰਡੀਗੜ੍ਹ ਪੀਜੀਆਈ ਦਾ ਦੂਜਾ ਸਥਾਨ। ਪਹਿਲੇ ਸਥਾਨ ਤੇ ਦਿੱਲੀ ਦਾ ਏਮਜ਼। ਕੇਂਦਰ ਸਰਕਾਰ ਨੇ ਜਾਰੀ ਕੀਤੀ ਲਿਸਟ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਅਰਸ਼ਦੀਪ ਸੰਧੂ ਤੇ ਸ਼ੁਰੂਆਤ ਕਰਦੇ ਹਾਂ ਕਿਸਾਨਾਂ ਦੇ ਨਾਲ ਜੁੜੀ ਖਬਰ ਦੇ ਨਾਲ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਇੱਕ ਮੀਟਿੰਗ ਰੱਖੀ ਸੀ। ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਕਿ ਸਿਆਸੀ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਕਿਸਾਨਾਂ ਦੀ ਅੱਜ ਚੰਡੀਗੜ੍ਹ ਦੇ ਸੈਕਟਰ 36B ਦੇ ਵਿੱਚ ਕਚਹਿਰੀ ਲੱਗੇਗੀ, ਜਿੱਥੇ ਸਿਆਸਤਦਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਸੱਦਾ ਦਿੱਤਾ ਗਿਆ, ਜਿੱਥੇ ਉਹ ਪਹੁੰਚਣਗੇ, ਪੇਸ਼ ਹੋਣਗੇ ਕਿਸਾਨਾਂ ਦੀ ਕਚਹਿਰੀ ਦੇ ਵਿੱਚ ਤੇ ਕਿਸਾਨ ਉਹਨਾਂ ਤੋਂ ਸਵਾਲ ਜਵਾਬ ਕਰਨਗੇ। ਕਾਂਗਰਸ ਵੱਲੋਂ ਖੁਦ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚਣਗੇ, ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਆਪਣਾ ਪੈਨਲ ਤਿਆਰ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਸ਼ਾਮਲ ਹੋਣਗੇ। ਲੋਕ ਇਨਸਾਫ ਪਾਰਟੀ ਦਾ 5 ਮੈਂਬਰੀ ਵਫਦ ਵੀ ਇਸ ਮੁਲਾਕਾਤ ਦੇ ਵਿੱਚ ਸ਼ਾਮਲ ਹੋਏਗਾ, ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏਗਾ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਧਿਰਾਂ ਦੇ ਨੁਮਾਇੰਦੇ ਇਸ ਮੀਟਿੰਗ 'ਚ ਸ਼ਾਮਲ ਹੋਣਗੇ। ਚੋਣ ਪ੍ਰਚਾਰ ਦੇ ਤਰੀਕੇ ਤੇ ਸਮੇਂ ਤੇ ਫੈਸਲਾ ਹੋ ਸਕਦਾ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਿਆਸੀ ਪਾਰਟੀਆਂ, ਸਿਆਸੀ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਤਕਰੀਬਨ ਸਾਰੀਆਂ ਪਾਰਟੀਆਂ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਵਾਰ-ਵਾਰ ਇਹ ਕਿਹਾ ਸੀ ਕਿ ਬੀਜੇਪੀ ਨੂੰ ਛੱਡ ਕੇ ਹੋਰ ਬਾਕੀ ਜਿਹੜੀਆਂ ਪਾਰਟੀਆਂ ਨੇ ਜਾਂ ਸਿਆਸੀ ਨੁਮਾਇੰਦੇ ਨੇ ਉਹਨਾਂ ਦਾ ਵਿਰੋਧ ਨਹੀਂ ਹੋਏਗਾ, ਲੇਕਿਨ ਤਕਰੀਬਨ ਹਰ ਸਿਆਸੀ ਆਗੂ ਨੂੰ, ਹਰ ਸਿਆਸੀ ਪਾਰਟੀ ਨੂੰ ਇਸ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਲੋਕ ਸਵਾਲ ਕਰਨ ਦੇ ਲਈ, ਕਿਸਾਨ ਸਵਾਲ ਕਰਨ ਦੇ ਲਈ ਇਕੱਠੇ ਹੁੰਦੇ ਨੇ। ਦੂਸਰਾ ਇੱਕ ਜਿਹੜਾ ਖਦਸ਼ਾ ਲੋਕਾਂ ਦੇ ਵੱਲੋਂ, ਕਿਸਾਨਾਂ ਦੇ ਵੱਲੋਂ ਜਿਹੜਾ ਉਹ ਜ਼ਾਹਿਰ ਕੀਤਾ ਜਾਂਦਾ ਹੈ, ਕਿਉਂਕਿ ਕਿਸਾਨ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ ਹੈ। ਇਸ ਕਰਕੇ ਸਿਆਸੀ ਆਗੂ ਜੇ ਪਿੰਡਾਂ ਦੇ ਵਿੱਚ ਆਉਂਦੇ ਨੇ, ਸਿਆਸੀ ਰੈਲੀਆਂ ਕਰਦੇ ਨੇ, ਤਾਂ ਉਸ ਦੇ ਨਾਲ ਕਿਸਾਨਾਂ ਦੇ ਮੁੱਦੇ ਤੋਂ ਵੀ ਧਿਆਨ ਭਟਕਦਾ ਹੈ। ਇਸ ਕਰਕੇ ਕਿਸਾਨ ਆਗੂ ਵਾਰ-ਵਾਰ ਕਹਿੰਦੇ ਨੇ ਕਿ ਅਜੇ ਸਿਆਸੀ ਰੈਲੀਆਂ ਨਾ ਕਰੋ, ਅਜੇ ਚੋਣ ਰੈਲੀਆਂ ਨਾ ਕਰੋ। ਜਦ ਚੋਣਾਂ ਨੇੜੇ ਆ ਜਾਣਗੀਆਂ ਉਸ ਵੇਲੇ ਇਹ ਸਿਆਸੀ ਰੈਲੀਆਂ ਜਾਂ ਇਹ ਸਿਆਸੀ ਪ੍ਰੋਗਰਾਮ ਨੇ ਜਿਹੜੇ ਹੋ ਸਕਦੇ ਨੇ। ਤਾਂ ਇਸ ਨੂੰ ਲੈ ਕੇ ਅਕਾਲੀ ਦਲ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਮੋਗਾ ਦੇ ਵਿੱਚ ਲਾਠੀ ਚਾਰਜ ਹੋਇਆ, ਜਿਸ ਤੋਂ ਬਾਅਦ ਹੋਰ ਮਸਲਾ ਭਖਿਆ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਜਿਸ ਤੋਂ ਬਾਅਦ ਇਹ ਫੈਸਲਾ ਕਿਸਾਨਾਂ ਦੇ ਵੱਲੋਂ ਲਿਆ ਗਿਆ ਹੈ। ਤੇ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕਚਹਿਰੀ ਲੱਗੇਗੀ, ਜਿੱਥੇ ਸਿਆਸੀ ਨੁਮਾਇੰਦੇ ਪੇਸ਼ ਹੋਣਗੇ। ਬੀਜੇਪੀ ਨੂੰ ਛੱਡ ਕੇ ਸਾਰੀਆਂ ਧਿਰਾਂ ਦੇ ਸਿਆਸੀ ਨੁਮਾਇੰਦੇ ਪੇਸ਼ ਹੋਣਗੇ। ਕਿਹੜੇ-ਕਿਹੜੇ ਲੀਡਰ ਪੇਸ਼ ਹੋ ਰਹੇ ਨੇ ਉਹ ਵੀ ਤੁਹਾਨੂੰ ਵਿਸਥਾਰ ਨਾਲ ਦੱਸ ਦਿੰਦੇ ਹਾਂ। ਕਿਸਾਨਾਂ ਦੀ ਕਚਹਿਰੀ ਦੇ ਵਿੱਚ ਕਾਂਗਰਸ ਦੇ ਵੱਲੋਂ ਨਵਜੋਤ ਸਿੰਘ ਸਿੱਧੂ, ਕੁਲਜੀਤ ਸਿੰਘ ਨਾਗਰਾ ਤੇ ਪ੍ਰਗਟ ਸਿੰਘ ਸ਼ਾਮਲ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਸ਼ਾਮਲ ਹੋਣਗੇ। ਆਮ ਆਦਮੀ ਪਾਰਟੀ ਦੇ ਵੱਲੋਂ ਕੁਲਤਾਰ ਸਿੰਘ ਸੰਧਵਾ, ਅਮਨ ਅਰੋੜਾ ਤੇ ਜਗਤਾਰ ਸਿੰਘ ਸੰਘੇੜਾ ਪੇਸ਼ ਹੋਣਗੇ ਤੇ ਲੋਕ ਇਨਸਾਫ ਪਾਰਟੀ ਦਾ 5 ਮੈਂਬਰੀ ਪੈਨਲ ਬਣਾਇਆ ਗਿਆ, ਜਿਸ ਦੇ ਵਿੱਚ ਸਿਮਰਜੀਤ ਸਿੰਘ ਬੈਂਸ, ਰਣਧੀਰ ਸਿੰਘ ਸਿਵਿਆ, ਮਹਿੰਦਰਪਾਲ ਸਿੰਘ ਦਾਨਗੜ, ਹਰਪ੍ਰਭ ਸਿੰਘ ਟੂਰ ਤੇ ਜਰਨੈਲ ਸਿੰਘ ਨੰਗਲ ਸ਼ਾਮਲ ਨੇ। ਤੇ ਅਕਾਲੀ ਦਲ ਸੰਯੁਕਤ ਦੇ ਵੱਲੋਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਸ਼ਾਮਲ ਹੋਣਗੇ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸੀ ਆਪਣੇ ਸਿਆਸੀ ਨੁਮਾਇੰਦੇ ਭੇਜਣ ਦੇ ਲਈ, ਕਿਉਂਕਿ
ਸੰਯੁਕਤ ਕਿਸਾਨ ਮੋਰਚੇ ਨੇ ਇਹ ਜ਼ਰੂਰ ਪਹਿਲਾਂ ਤੋਂ ਹੀ ਸਾਫ਼ ਕੀਤਾ ਹੋਇਆ ਕਿ ਬੀਜੇਪੀ ਦਾ ਵਿਰੋਧ ਕੀਤਾ ਜਾਏਗਾ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਤਾਂ ਬੀਜੇਪੀ ਨੂੰ ਸੱਦਾ ਨਹੀਂ ਦਿੱਤਾ ਗਿਆ, ਬਾਕੀ ਪਾਰਟੀਆਂ ਦਾ, ਕਿਉਂਕਿ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਾਕੀ ਪਾਰਟੀਆਂ ਦਾ ਵਿਰੋਧ ਨਹੀਂ ਹੋਏਗਾ, ਤਾਂ ਉਹਨਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ, ਉਹਨਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਕਿ ਕੋਈ ਗੱਲਬਾਤ ਇਸ ਮਸਲੇ ਦੇ ਉੱਤੇ ਹੋ ਸਕੇ, ਚੋਣ ਪ੍ਰਚਾਰ ਨੂੰ ਲੈ ਕੇ ਉਸ ਦੇ ਸਮੇਂ ਜਾਂ ਉਸ ਦੇ ਤਰੀਕੇ ਤੇ ਗੱਲਬਾਤ ਹੋ ਸਕੇ। ਤਾਂ ਅੱਜ ਕਿਸਾਨਾਂ ਦੀ ਕਚਹਿਰੀ ਲੱਗੇਗੀ ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਤਾਂ ਕਿਸਾਨਾਂ ਦੀ ਕਚਹਿਰੀ ਲੱਗਣ ਜਾ ਰਹੀ ਹੈ ਅੱਜ, ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਉਹਨਾਂ ਤੋਂ ਕਿਸਾਨਾਂ ਦੇ ਵੱਲੋਂ ਸਵਾਲ ਜਵਾਬ ਕੀਤੇ ਜਾਣਗੇ, ਖਾਸ ਕਰਕੇ ਖੇਤੀ ਕਾਨੂੰਨ ਜਦ ਪਹਿਲਾਂ ਖੇਤੀ ਬਿੱਲ ਪੇਸ਼ ਹੋਏ ਤੇ ਉਸ ਤੋਂ ਬਾਅਦ ਜਦ ਕਾਨੂੰਨ ਬਣਾਏ ਗਏ ਉਸ ਵੇਲੇ ਇਹਨਾਂ ਸਿਆਸੀ ਦਲਾਂ ਦੀ ਕੀ ਭੂਮਿਕਾ ਸੀ, ਉਸ ਨੂੰ ਲੈ ਕੇ ਸਵਾਲ ਜਵਾਬ ਹੋ ਸਕਦੇ ਨੇ। ਇਹ ਆਪਣੀ ਇੱਛਾ ਜਤਾਉਣ ਵਾਸਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਆਪਣੀ ਨੀਅਤ ਸਾਫ਼ ਕਰੋ, ਸਿੱਧੀ ਨੀਅਤ ਕਰਕੇ ਕਹੋ ਕਿ ਤੁਸੀਂ ਕਿਸਾਨਾਂ ਦੇ ਵਾਸਤੇ ਕੀ ਸੋਚਦੇ ਹੋ। ਇਹ ਉਹਨਾਂ ਨੇ ਪੁੱਛਣ ਵਾਸਤੇ ਸਿਆਸੀ ਪਾਰਟੀਆਂ ਨੂੰ ਕਿਹਾ। ਸਾਡੀ ਪਾਰਟੀ ਦਾ ਬੜਾ ਸਿੱਧਾ ਸਟੈਂਡ ਹੈ ਕਿ ਸਾਡਾ ਦੇਸ਼ ਦਾ ਕਿਸਾਨ ਸੜਕਾਂ ਤੇ ਹੈ, ਅਸੀਂ ਆਪਣੇ ਕਿਸਾਨ ਦੇ ਨਾਲ ਹੈ। ਸਾਡਾ ਕਿਸਾਨ ਅਗਰ ਕਹੇਗਾ ਕਿ ਬਿਲਕੁਲ ਸਿਆਸੀ ਰੈਲੀਆਂ ਨਹੀਂ ਕਰਨੀਆਂ, ਕਾਂਗਰਸ ਪਾਰਟੀ ਉਦੋਂ ਤੱਕ ਰੈਲੀਆਂ ਨਹੀਂ ਕਰੇਗੀ ਜਦ ਤੱਕ ਸਾਡਾ ਕਿਸਾਨ ਇਜਾਜ਼ਤ ਨਹੀਂ ਦੇ। ਜਿਹੜੀ ਕੱਲ ਮੀਟਿੰਗ ਰੱਖੀ ਹੈ ਉਹਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਇਨਵੀਟੇਸ਼ਨ ਜਿਹੜਾ ਅੱਜ ਪ੍ਰਾਪਤ ਹੋਇਆ ਔਰ ਪ੍ਰਧਾਨ ਸਾਹਿਬ ਨੇ 4 ਪਾਰਟੀ ਦੇ ਲੀਡਰ ਸਾਹਿਬਾਨ ਦੀ ਡਿਊਟੀ ਲਾਈ ਹੈ ਕਿ ਉਹ ਕੱਲ ਜਾ ਕੇ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸ਼ਮੂਲੀਅਤ ਕਰੇ। ਸ਼ੁਰੂ ਤੋਂ ਜੋ ਵੀ ਹੁਕਮ ਸਾਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਲੱਗਦਾ ਰਿਹਾ ਅਸੀਂ ਕਰਦੇ ਰਹੇ, ਭਾਵੇਂ ਟਰੈਕਟਰ ਮਾਰਚ ਹੋਵੇ ਜਾਂ ਜਿਹੜੀ ਮਰਜ਼ੀ ਐਕਟੀਵਿਟੀ ਹੋਵੇ। ਤੇ ਕੱਲ ਵੀ ਸਾਨੂੰ ਜੋ ਹੁਕਮ ਸਾਡੇ ਕਿਸਾਨ ਲਾਉਣਗੇ ਜਿਹੜੇ ਇਸ ਲੜਾਈ ਦੀ ਅਗਵਾਈ ਕਰ ਰਹੇ, ਉਹ ਸਾਨੂੰ ਧੁੱਪੇ ਬਹਿਣ ਨੂੰ ਕਹਿਣਗੇ ਅਸੀਂ ਧੁੱਪੇ ਬੈਠਾਂਗੇ, ਉਹ ਛਾਵੇਂ ਬਹਿਣ ਨੂੰ ਕਹਿਣਗੇ ਅਸੀਂ ਛਾਵੇਂ ਬੈਠਾਂਗੇ, ਪਰ ਅਸੀਂ 3 ਕਾਲੇ ਕਾਨੂੰਨ ਵਾਪਸ ਕਰਾਉਣੇ ਆ। ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਆ ਉਹ ਲੈਣੀ। ਦੇਖੋ ਕਿਤੇ ਨਾ ਰਾਜਨੀਤਿਕ ਮੰਸ਼ਾ ਹੈ ਇਹਦੇ ਪਿੱਛੇ। ਮੈਂ ਤੁਹਾਨੂੰ ਇੱਕ ਉਦਾਹਰਨ ਦੱਸਦਾ। ਪੰਜਾਬ 'ਚ ਲੜਾਈ ਹੋਈ ਗੰਨੇ ਦੇ ਉੱਤੇ, ਕਿਸਾਨ ਯੂਨੀਅਨਾਂ ਨੇ ਪ੍ਰਦਰਸ਼ਨ ਵੀ ਕੀਤਾ, 470 ਰੁਪਏ ਰੇਟ ਮੰਗਦੇ ਸੀ, 360 ਰੁਪਏ ਤੇ ਸਮਝੌਤਾ ਕਰ ਲਿਆ ਔਰ ਕੈਪਟਨ ਸਾਹਿਬ ਨੂੰ ਲੱਡੂ ਖਿਲਾਤੇ। ਪੰਜਾਬ 'ਚ ਮੋਗਾ 'ਚ ਲਾਠੀਚਾਰਜ ਹੋਇਆ, ਮੋਗਾ 'ਚ ਕਿਉਂ ਨਹੀਂ ਧਰਨਾ ਦਿੱਤਾ? ਸੋ ਇਸ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਾਣ-ਬੁੱਝ ਕੇ ਭਾਰਤੀ ਜਨਤਾ ਪਾਰਟੀ ਨੂੰ ਟਾਰਗੇਟ ਕਰਨਾ, ਇਹਦੇ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਮੰਸ਼ਾ ਵੀ ਜ਼ਰੂਰ ਲੱਗਦੀ ਹੈ। ਤਾਂ ਇਸੇ ਖਬਰ ਤੇ ਹੋਰ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਜੁੜੇ ਹੋਏ ਨੇ। ਪੰਕਜ, ਕੀ ਕੁਝ ਜਾਣਕਾਰੀ ਹੈ ਇਸ ਮੁਲਾਕਾਤ ਦੇ ਬਾਰੇ? ਵੱਖ-ਵੱਖ ਸਿਆਸੀ ਨੁਮਾਇੰਦੇ ਪੇਸ਼ ਹੋਣਗੇ ਤੇ ਕਾਂਗਰਸ ਦੇ ਵੱਲੋਂ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਪੇਸ਼ ਹੋ ਰਹੇ ਨੇ। ਹਾਲਾਂਕਿ ਬੀਜੇਪੀ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸੱਦਾ ਨਹੀਂ ਮਿਲਿਆ, ਪਰ ਕਿਸਾਨਾਂ ਨੇ ਸਾਫ਼ ਕੀਤਾ ਹੋਇਆ ਪਹਿਲਾਂ ਹੀ ਕਿ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਬੀਜੇਪੀ ਦਾ ਵਿਰੋਧ ਹੁੰਦਾ ਰਹੇਗਾ। ਦੇਖੋ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ 11 ਵਜੇ ਜੋ ਕਿਸਾਨਾਂ ਦੀ ਮੀਟਿੰਗ ਇਸ ਵੇਲੇ ਸਿਆਸੀ ਪਾਰਟੀਆਂ ਦੇ ਨਾਲ ਹੋਣ ਜਾ ਰਹੀ ਹੈ ਉਸ ਉੱਤੇ ਟਿਕੀਆਂ ਹੋਈਆਂ ਨੇ, ਕਿਉਂਕਿ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਔਰ ਅੱਜ ਤੈਅ ਹੋਏਗਾ ਕਿਸਾਨ ਜਥੇਬੰਦੀਆਂ ਜਦੋਂ ਗੱਲਬਾਤ ਕਰਨਗੀਆਂ ਕਿ ਸਿਆਸੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਪ੍ਰਚਾਰ ਕਰਨ, ਕਿਸ ਤਰੀਕੇ ਦੇ ਨਾਲ ਰੈਲੀਆਂ ਕਰਨ, ਜਾਂ ਫਿਰ ਜਦੋਂ ਤੱਕ ਜਿਹੜੇ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸਿਆਸੀ ਪ੍ਰਚਾਰ ਜਾਂ ਰੈਲੀਆਂ ਬੰਦ ਕਰ ਦਿੱਤੀਆਂ ਜਾਣ, ਜੋ ਅਜੇ ਤੱਕ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ। ਔਰ ਇਸ ਦੇ ਨਾਲ ਕਿਸਾਨਾਂ ਦੇ ਲਈ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ, ਇਸ ਦੇ ਸਵਾਲ ਜਵਾਬ ਜਿਹੜੇ ਨੇ ਉਹ ਕਿਸਾਨ ਜਥੇਬੰਦੀਆਂ ਦੇ ਬੱਤੀ ਆਗੂ ਪੁੱਛਣਗੇ। ਔਰ ਕਾਂਗਰਸ ਦੀ ਗੱਲ ਕੀਤੀ ਜਾਵੇ, ਨਵਜੋਤ ਸਿੱਧੂ ਉਹ ਅੱਜ ਦੀ ਬੈਠਕ ਦੇ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਕੁਲਜੀਤ ਸਿੰਘ ਨਾਗਰਾ ਤੇ ਪ੍ਰਗਟ ਸਿੰਘ ਹੋਰੀ ਅੱਜ ਦੀ ਮੀਟਿੰਗ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਅਕਾਲੀ ਦਲ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਡਾਕਟਰ ਬਲਜੀਤ ਸਿੰਘ ਚੀਮਾ ਹੋਰੀ ਬੈਠਕ ਦਾ ਹਿੱਸਾ ਰਹਿਣਗੇ। ਔਰ ਆਮ ਆਦਮੀ ਪਾਰਟੀ ਵੱਲੋਂ ਕੁਲਜੀਤ ਸਿੰਘ ਜੋ ਕੁਲਤਾਰ ਸੰਧਵਾ ਨੇ ਉਹ ਇਸ ਮੀਟਿੰਗ ਦਾ ਹਿੱਸਾ ਹੋਣਗੇ। ਉਹਨਾਂ ਦੇ ਨਾਲ 2 ਹੋਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਹੋਣਗੇ। ਤਾਂ ਨਜ਼ਰਾਂ ਇਸ ਦੀ ਮੀਟਿੰਗ ਤੇ ਰਹਿਣ ਵਾਲੀਆਂ ਪੂਰੇ ਪੰਜਾਬ ਦੀਆਂ ਕਿ ਅੱਗੇ ਪ੍ਰਚਾਰ ਕਰਨਾ ਹੈ ਨਹੀਂ ਕਰਨਾ, ਕਿਸ ਤਰੀਕੇ ਦੇ ਨਾਲ ਜਾਣਾ ਹੈ ਔਰ ਕਿਸਾਨ ਕੀ ਸੋਚਦੇ ਨੇ ਔਰ ਸਿਆਸੀ ਪਾਰਟੀਆਂ ਕੀ ਸੋਚ ਰਹੀਆਂ ਕਿਸਾਨਾਂ ਦੇ ਬਾਰੇ। ਇਸ ਮੁਤਲਕ ਮੀਟਿੰਗ ਹੋਏਗੀ ਬੀਜੇਪੀ ਦੇ ਨਾਲ, ਕਿਉਂਕਿ ਕਿਸਾਨਾਂ ਦੀ ਲੜਾਈ ਹੈ, ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ। ਤਾਂ ਬੀਜੇਪੀ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਚਾਹੇ ਅਕਾਲੀ ਦਲ ਹੋਵੇ ਜਾਂ ਫਿਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਪਾਰਟੀ ਹੋਵੇ, ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਜਾ ਰਹੇ, ਪਰੰਪਰਾ ਹੋਰੀ ਵੀ ਜਾ ਰਹੇ ਹੈ, ਲੋਕ ਇਨਸਾਫ
ਬੈਠਕ ਦਾ ਹਿੱਸਾ ਰਹਿਣਗੇ ਤਾਂ ਨਜ਼ਰਾਂ ਇਸ ਦੀ ਬੈਠਕ ਤੇ ਦਿੱਤੀਆਂ ਰਹਿਣਗੀਆਂ। ਜੀ ਸ਼ੁਕਰੀਆ ਪੰਕਜ ਪੂਰੀ ਜਾਣਕਾਰੀ ਦੇ ਲਈ। ਤਾਂ ਇਹ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇਸ ਵਾਰ ਚੋਣਾਂ ਦੇ ਵਿੱਚ ਕਿਸਾਨਾਂ ਦਾ ਮਸਲਾ ਇੱਕ ਵੱਡਾ ਮੁੱਦਾ ਰਹਿਣ ਵਾਲਾ ਹੈ, ਕਿਉਂਕਿ ਵੱਖ-ਵੱਖ ਪਾਰਟੀਆਂ, ਤਕਰੀਬਨ ਹਰ ਪਾਰਟੀ ਇਹ ਕਹਿ ਰਹੀ ਹੈ ਕਿ ਅਸੀਂ ਕਿਸਾਨ ਪੱਖੀ ਹਾਂ, ਅਸੀਂ ਕਿਸਾਨਾਂ ਦੇ ਹਮਾਇਤੀ ਹਾਂ, ਕਿਸਾਨਾਂ ਦੀ ਅਸਲੀ ਪਾਰਟੀ ਤਾਂ ਅਸੀਂ ਹੀ ਹਾਂ। ਤਾਂ ਉੱਥੇ ਇਹ ਵੀ ਅਹਿਮ ਹੋ ਜਾਂਦਾ ਹੈ ਕਿ ਅੱਜ ਜਿਹੜੀ ਕਿਸਾਨਾਂ ਦੇ ਨਾਲ ਮੁਲਾਕਾਤ ਹੋਣੀ ਹੈ, ਜਿਹੜੀ ਕਿਸਾਨਾਂ ਦੀ ਕਚਹਿਰੀ ਲੱਗਣੀ ਹੈ, ਉਸ ਦੇ ਵਿੱਚ ਕੀ ਸਵਾਲ ਜਵਾਬ ਹੁੰਦੇ ਨੇ, ਕਿਸ ਕਿਸਮ ਦਾ ਪ੍ਰੋਗਰਾਮ ਅੱਗੇ ਉਲੀਕਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਸਕਦੀਆਂ ਨੇ, ਜਾਂ ਉਹਨਾਂ ਨੂੰ ਕਿਸਾਨ ਕਹਿੰਦੇ ਨੇ ਕਿ ਅਜੇ ਚੋਣ ਪ੍ਰਚਾਰ ਨਾ ਕੀਤਾ ਜਾਵੇ, ਜਾਂ ਕਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੋਵੇ, ਪਿੰਡਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਇਆ ਜਾਵੇ, ਦੇਖਣ ਵਾਲਾ ਹੋਏਗਾ। ਤੇ ਉਧਰ ਕਰਨਾਲ 'ਚ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਹੈ। ਮਿਨੀ ਸਕੱਤਰੇਤ ਦੇ ਬਾਹਰ ਕਿਸਾਨ ਡਟੇ ਹੋਏ ਨੇ। ਲੰਗਰ ਤੇ ਟੈਂਟਾਂ ਦਾ ਵੱਡੇ ਪੱਧਰ ਤੇ ਇੰਤਜ਼ਾਮ ਕੀਤਾ ਗਿਆ। ਲਗਾਤਾਰ ਕਿਸਾਨ ਨੇ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਨੇ, ਮਿਨੀ ਸਕੱਤਰੇਤ ਦੇ ਬਾਹਰ ਡਟੇ ਹੋਏ ਨੇ। ਤਤਕਾਲੀ ਐਸਡੀਐਮ ਆਯੁਸ਼ ਸਿਨਹਾ ਤੇ ਕਾਰਵਾਈ ਦੀ ਮੰਗ ਤੇ ਕਿਸਾਨ ਅੜੇ ਹੋਏ ਨੇ। ਪਹਿਲਾਂ ਮੰਗ ਕੀਤੀ ਜਾ ਰਹੀ ਸੀ ਕਿ ਐਸਡੀਐਮ ਆਯੁਸ਼ ਸਿਨਹਾ ਨੂੰ ਡਿਸਮਿਸ ਕੀਤਾ ਜਾਵੇ, 302 ਦਾ ਪਰਚਾ ਹੋਏ। ਹੁਣ ਕਹਿ ਰਹੇ ਨੇ ਕਿ ਸਸਪੈਂਡ ਕੀਤਾ ਜਾਵੇ। ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਮੰਗ ਰੱਖੀ ਗਈ ਸੀ ਕਿ ਸਸਪੈਂਡ ਕੀਤਾ ਜਾਏ ਜਦ ਤੱਕ ਇਨਵੈਸਟੀਗੇਸ਼ਨ ਹੁੰਦੀ ਹੈ, ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕੋਈ ਵੀ ਕਾਰਵਾਈ ਕਰਨ ਦੇ ਲਈ ਰਾਜ਼ੀ ਨਹੀਂ ਹੈ ਤੇ ਜਦ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਉਹ ਡਟੇ ਰਹਿਣਗੇ। ਇਸ ਵੇਲੇ ਵੀ ਕਰਨਾਲ ਦੇ ਵਿੱਚ ਕਿਸਾਨਾਂ ਦਾ ਧਰਨਾ ਜਾਰੀ ਹੈ। ਮਿਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੇ ਪੱਕਾ ਮੋਰਚਾ ਇਸ ਵੇਲੇ ਲਾਇਆ ਹੋਇਆ ਹੈ। ਤੇ ਉਧਰ ਇਸ ਸਭ ਦੇ ਵਿਚਾਲੇ ਹਰਿਆਣਾ ਸਰਕਾਰ ਨੇ ਗੰਨੇ ਦਾ ਰੇਟ 12 ਰੁਪਏ ਵਧਾ ਕੇ ਮੁੜ ਪੰਜਾਬ ਤੋਂ ਜ਼ਿਆਦਾ ਭਾਅ ਕਰ ਦਿੱਤਾ ਹੈ। 2 ਰੁਪਏ ਜ਼ਿਆਦਾ ਜਿਹੜਾ ਇਹ ਭਾਅ ਕਰ ਦਿੱਤਾ ਹੈ। ਨਾਲ ਹੀ ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਤੰਜ ਭਰੇ ਲਹਿਜੇ 'ਚ ਕਿਹਾ ਹੈ ਕਿ ਹੁਣ ਕਿਸਾਨ ਹਰਿਆਣਾ ਦੇ ਵੀ ਮੁੱਖ ਮੰਤਰੀ ਦਾ ਮੂੰਹ ਮਿੱਠਾ ਕਰਾਉਣ। ਪੰਜਾਬ ਗੰਨੇ ਦੇ ਰੇਟ ਵਧਾ ਕੇ ਹਰਿਆਣਾ ਤੋਂ ਅੱਗੇ ਹੋਇਆ ਤਾਂ ਹਰਿਆਣਾ ਨੇ ਵੀ 2 ਕਦਮ ਅੱਗੇ ਵਧਦੇ ਹੋਏ ਗੰਨੇ ਦੇ ਰੇਟ 12 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤੇ। ਇਸ ਤੋਂ ਬਾਅਦ ਸੂਬੇ ਦੇ ਵਿੱਚ ਗੰਨੇ ਦੇ ਰੇਟ ਹੁਣ 350 ਰੁਪਏ ਤੋਂ ਵੱਧ ਕੇ 362 ਰੁਪਏ ਪ੍ਰਤੀ ਕੁਇੰਟਲ ਹੋ ਗਏ ਨੇ। ਇਸ ਦੇ ਨਾਲ ਹੀ ਹਰਿਆਣਾ ਇੱਕ ਵਾਰ ਫਿਰ ਕਿਸਾਨਾਂ ਨੂੰ ਗੰਨੇ ਦਾ ਸਭ ਤੋਂ ਜ਼ਿਆਦਾ ਰੇਟ ਦੇਣ ਵਾਲਾ ਸੂਬਾ ਬਣ ਗਿਆ। ਦਰਅਸਲ ਪੰਜਾਬ ਦੇ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਾਅਦ ਕੈਪਟਨ ਸਰਕਾਰ ਨੇ ਗੰਨੇ ਦੇ ਰੇਟਾਂ ਦੇ ਵਿੱਚ 50 ਰੁਪਏ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਗੰਨੇ ਦੇ ਰੇਟ ਹਰਿਆਣਾ ਤੋਂ ਵੀ ਜ਼ਿਆਦਾ ਹੋ ਗਏ। ਕਿਸਾਨਾਂ ਨੇ ਕੈਪਟਨ ਨੂੰ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਖਵਾਇਆ ਸੀ। ਹੁਣ ਜਦੋਂ ਹਰਿਆਣਾ ਨੇ ਵੀ ਰੇਟ ਵਧਾ ਦਿੱਤੇ ਨੇ ਤਾਂ ਸੂਬੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਦਾ ਮੂੰਹ ਮਿੱਠਾ ਕਰਵਾਉਣਾ ਚਾਹੀਦਾ है। मैं इन किसान जत्थेदारों से प्रार्थना करता हूं, जिस तरह से पंजाब के मुख्यमंत्री को लड्डू खिला के गए तो शालीनता दिखाते हुए हमारे मुख्यमंत्री जी को भी मिठाई खिलाने का उनका दायित्व बनता है। खैर गन्ने ਦੇ ਰੇਟ ਤੇ ਸਿਆਸਤ ਤਾਂ ਜ਼ਰੂਰ ਹੋ ਰਹੀ ਹੈ, ਪਰ ਹਰਿਆਣਾ ਸਰਕਾਰ ਦੇ ਇਸ ਫੈਸਲੇ ਤੇ ਕਿਸਾਨਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਸੁਣਦੇ ਹਾਂ। ये सिर्फ 12 रुपये रेट बढ़ा के ऊँट के मुंह में जीरे वाला काम कर रहे हैं। इससे कोई ज़्यादा फायदा नहीं होने वाला, क्योंकि खर्चे लागत मूल्य ही 362 के करीब पड़ रहा है। किसानों को कुछ बच नहीं रहा, जितनी लागत है उसी पे उनको करना पड़ रहा है। ਕਿਸਾਨਾਂ ਨੇ ਇਸ ਵਾਅਦੇ ਨੂੰ ਊਂਟ ਦੇ ਮੂੰਹ ਦੇ ਵਿੱਚ ਜੀਰੇ ਦੇ ਬਰਾਬਰ ਕਰਾਰ ਦਿੱਤਾ ਤੇ ਹਰਿਆਣਾ ਤੇ ਪੰਜਾਬ ਦੇ ਨੇਤਾਵਾਂ ਦੇ ਵਿੱਚ ਵੀ ਹੋ ਰਹੀ ਬਿਆਨਬਾਜ਼ੀ ਤੋਂ ਜਗ ਜ਼ਾਹਿਰ ਹੈ ਕਿ ਹਰ ਕੋਈ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗਿਆ ਹੋਇਆ ਹੈ। ਡੈਸਕ ਤੋਂ ਬਿਊਰੋ ਰਿਪੋਰਟ ਨਿਊਜ਼ 18। ਤੇ ਉਧਰ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ, ਲਗਾਤਾਰ ਵਿਰੋਧ ਹੋ ਰਿਹਾ ਤੇ ਇਸ ਨੂੰ ਲੈ ਕੇ ਹੁਣ ਜਲਿਆਂਵਾਲਾ ਬਾਗ ਦੀ ਹਦੂਦ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਡੀਸੀ ਨੇ ਇਹ ਹੁਕਮ ਜਾਰੀ ਕੀਤੇ ਨੇ। ਜਲਿਆਂਵਾਲਾ ਬਾਗ ਦੀ ਹਦੂਦ ਦੇ ਵਿੱਚ ਧਰਨੇ ਪ੍ਰਦਰਸ਼ਨ ਤੇ ਰੋਕ ਲਾ ਦਿੱਤੀ ਗਈ ਹੈ ਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸ਼ਹੀਦਾਂ ਦੇ ਪਰਿਵਾਰਾਂ ਦੀ ਕਮੇਟੀ ਨੇ ਰੋਸ ਜਤਾਇਆ ਹੈ। 144 ਦੇ ਬਾਵਜੂਦ ਸ਼ਾਂਤਮਈ ਵਿਰੋਧ ਨਹੀਂ ਰੁਕੇਗਾ, ਇਹ ਕਮੇਟੀ ਦਾ ਕਹਿਣਾ ਹੈ। ਸ਼ਹੀਦੀ ਅਸਥਾਨ ਦੇ ਨਵੀਨੀਕਰਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। 28 ਅਗਸਤ ਨੂੰ ਨਵੀਨੀਕਰਨ ਮਗਰੋਂ ਲੋਕਾਂ ਦੇ ਲਈ ਜਲਿਆਂਵਾਲਾ ਬਾਗ ਖੋਲ੍ਹਿਆ ਗਿਆ ਸੀ ਤੇ ਇਸ ਦੇ ਨਵੀਨੀਕਰਨ ਦੇ ਉੱਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਤੇ ਜਿਹੜੀ ਸ਼ਹੀਦਾਂ ਦੇ ਪਰਿਵਾਰਾਂ ਦੀ ਕਮੇਟੀ ਹੈ ਉਸਨੇ ਵੀ ਰੋਸ ਜਤਾਇਆ ਹੈ, ਉਸਨੇ ਵੀ ਵਿਰੋਧ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਧਾਰਾ 144 ਲੱਗਣ ਦੇ ਬਾਵਜੂਦ ਵੀ ਸ਼ਾਂਤਮਈ ਜਿਹੜਾ ਰੋਸ ਹੈ ਉਹ ਜਤਾਇਆ ਜਾਂਦਾ ਰਹੇਗਾ, ਸ਼ਾਂਤਮਈ ਵਿਰੋਧ ਕੀਤਾ ਜਾਂਦਾ ਰਹੇਗਾ। ਜਲਿਆਂਵਾਲਾ ਬਾਗ ਦੀ ਹੱਦ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਤੇ ਰੋਕ ਹੈ ਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਹੈ। ਇਤਿਹਾਸ 'ਚ ਚਲੀ ਜਾਈਏ 102 ਸਾਲ ਪਿੱਛੇ
13 ਅਪ੍ਰੈਲ 1919 ਨੂੰ ਵੀ ਜਨਰਲ ਡਾਇਰ ਤੇ ਗਵਰਨਰ ਅਡਵਾਇਰ ਨੇ ਇਹੋ ਇੱਕ ਕੰਮ ਕੀਤਾ ਸੀ, ਕਾਲੀ ਕਰਤੂਤ ਕੀਤੀ ਸੀ ਵੀ 144 ਧਾਰਾ ਲਾਈ ਸੀ ਕਿ ਰੌਲਟ ਐਕਟ ਦੇ ਗੇਜ। ਅੱਜ ਅਸੀਂ ਜਿਹੜਾ ਹੈ ਆਪਣੀ ਸਰਕਾਰ ਤੋਂ ਸਿਰਫ ਇੰਨੀ ਮੰਗ ਕੀਤੀ ਹੈ ਕਿ ਵੀ ਸਾਡੀ ਜਿਹੜੀਆਂ ਪੁਰਾਣੀ ਵਿਰਾਸਤਾਂ ਚੀਜ਼ਾਂ ਹੈ ਉਹਨੂੰ ਨਾ ਢਾਇਆ ਜਾਵੇ, ਉਹਨੂੰ ਮੁਰੰਮਤ ਕੀਤੀ ਜਾਵੇ। ਤੇ ਜੇ ਲੋਕਤੰਤਰ ਦੇ ਵਿੱਚ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੇ ਆਪਣਾ ਪੱਖ ਰੱਖਣ ਲਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਇਸ ਤੋਂ ਵੱਡੀ ਹੋਰ ਸ਼ਰਮਨਾਕ ਕੀ ਗੱਲ ਹੋਈ। ਤੇ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜ ਗਏ ਨੇ। ਰਾਜੀਵ, ਕੀ ਕੋਈ ਜਾਣਕਾਰੀ ਹੈ? ਧਾਰਾ 144 ਲਾ ਦਿੱਤੀ ਗਈ ਹੈ ਤੇ ਜਿਹੜੀ ਸ਼ਹੀਦਾਂ ਦੇ ਪਰਿਵਾਰਾਂ ਦੀ ਕਮੇਟੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ 1919 ਦੇ ਵਿੱਚ ਜਲਿਆਂਵਾਲਾ ਬਾਗ ਦੀ ਪੂਰੀ ਘਟਨਾ ਵਾਪਰੀ ਸੀ, ਜਿਹੜਾ ਕਤਲੇਆਮ ਵਾਪਰਿਆ ਸੀ, ਉਸ ਦਿਨ ਵੀ ਇਹੀ ਧਾਰਾ 144 ਲਾਗੂ ਕੀਤੀ ਗਈ ਸੀ ਤੇ ਉਸੇ ਦੀ ਯਾਦ ਦਿਲਾ ਰਹੀ ਹੈ। ਤੇ ਖਾਸ ਕਰਕੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇੰਨੇ ਸਾਰੇ ਬਦਲਾਅ ਕਰ ਦਿੱਤੇ ਗਏ ਨੇ ਜਿਹੜੇ ਉਸ ਜਗ੍ਹਾ ਨੂੰ, ਉਸ ਜਲਿਆਂਵਾਲਾ ਬਾਗ ਨੂੰ ਪੂਰੇ ਤਰੀਕੇ ਦੇ ਨਾਲ ਜਿਹੜੀ ਉਸ ਦੀ ਅਸਲ ਜਿਹੜੀ ਦਿੱਖ ਸੀਗੀ ਉਸ ਨੂੰ ਬਦਲ ਦਿੱਤਾ ਗਿਆ ਹੈ। ਜੀ ਬਿਲਕੁਲ, ਜਿਸ ਤਰੀਕੇ ਦੇ ਨਾਲ ਜੋ ਸ਼ਹੀਦਾਂ ਦੇ ਜਿਹੜੇ ਪਰਿਵਾਰ ਨੇ ਉਹ ਵੀ ਇਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ, ਪਰ ਜੇਕਰ ਸਰਕਾਰ ਦਾ ਜੋ ਪੱਖ, ਕਿਉਂਕਿ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ, ਜਿਹੜੇ ਧਾਰਾ 144 ਦੇ ਜੋ ਅੰਮ੍ਰਿਤਸਰ ਦੇ ਡੀਸੀਪੀ ਵੱਲੋਂ ਜਾਰੀ ਕੀਤੇ ਗਏ ਨੇ, ਉਸ ਦੇ ਵਿੱਚ ਸਾਫ਼ ਤੌਰ ਤੇ ਇਹ ਲਿਖਿਆ ਗਿਆ ਕਿ ਉਹਨਾਂ ਨੂੰ, ਜੋ ਸਰਕਾਰੀ ਏਜੰਸੀਆਂ ਨੇ, ਉਹਨਾਂ ਨੂੰ ਇਹ ਖਦਸ਼ਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਲਿਆਂਵਾਲਾ ਬਾਗ ਦੇ ਵਿੱਚ ਆ ਕੇ ਲੋਕ ਜੋ ਨੇ ਉਹ ਵਿਰੋਧ ਕਰ ਰਹੇ ਨੇ, ਔਰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੈਲਾਨੀ ਨੇ, ਜਿਹੜੇ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੇ ਨੇ, ਉਹ ਜਲਿਆਂਵਾਲਾ ਬਾਗ ਵਿਖੇ ਜੋ ਹੈ ਉਹ ਸ਼ਹੀਦਾਂ ਦੀ ਜਿਹੜੀ ਯਾਦਗਾਰ ਹੈ ਉਸ ਨੂੰ ਦੇਖਣ ਦੇ ਲਈ ਪਹੁੰਚਦੇ ਨੇ। ਪਰ ਉੱਥੇ ਕੁਝ ਲੋਕ ਜਦੋਂ ਵਿਰੋਧ ਕਰਦੇ ਨੇ ਤਾਂ ਉਸਦਾ ਇੱਕ ਗਲਤ ਸੰਦੇਸ਼ ਤਾਂ ਪੂਰੇ ਦੇਸ਼ ਦੇ ਵਿੱਚ ਜਾਂਦਾ ਹੀ ਜਾਂਦਾ ਹੈ, ਪਰ ਨਾਲ ਦੀ ਨਾਲ ਇਹ ਖਦਸ਼ਾ ਜਤਾਇਆ ਜਾ ਰਿਹਾ ਕਿ ਕਿਉਂਕਿ ਕੁਝ ਦਿਨ ਪਹਿਲਾਂ ਵੀ ਇਹ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਜਿਸ ਜੋ ਸ਼ਹੀਦ ਊਧਮ ਸਿੰਘ ਦਾ ਜੋ ਬੁੱਤ ਹੈ ਉਸ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ, ਤਾਂ ਉਸ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਤਾਂ ਇਹ ਜਿਹੜੇ ਆਦੇਸ਼ ਨੇ ਉਹਨਾਂ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇਹ ਇੱਕ ਸ਼ਹੀਦਾਂ ਦੀ ਯਾਦਗਾਰ ਹੈ, ਇਸ ਲਈ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਜੇਕਰ ਕੀਤਾ ਜਾਂਦਾ ਤਾਂ ਉਹ ਇੱਕ ਮੰਦਭਾਗੀ ਗੱਲ ਲੱਗਦੀ ਹੈ, ਕਿਉਂਕਿ ਇੱਕ ਗਲਤ ਸੰਦੇਸ਼ ਪੂਰੇ ਮੁਲਕ ਦੇ ਵਿੱਚ ਜਾਂਦਾ। ਇਸ ਕਰਕੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉੱਥੇ ਹੀ ਕਰਨ ਦੀ ਇਜਾਜ਼ਤ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਜਾਏਗੀ। ਜੀ ਠੀਕ ਹੈ ਰਾਜੀਵ, ਪੂਰੀ ਜਾਣਕਾਰੀ ਦੇ ਲਈ ਤੁਹਾਡਾ ਸ਼ੁਕਰੀਆ। ਤਾਂ ਜਲਿਆਂਵਾਲਾ ਬਾਗ ਦੀ ਹਦੂਦ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਿਸੇ ਵੀ ਤਰੀਕੇ ਦੇ ਧਰਨੇ ਪ੍ਰਦਰਸ਼ਨ ਤੇ ਰੋਕ ਹੈ ਤੇ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਵੀ ਰੋਕ ਹੈ। ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਤੇ ਉਸ ਨੂੰ ਲੈ ਕੇ ਹੁਣ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ।